ਅਫੀਮ ਵੀ ਉਹਨਾਂ ਜੜੀ ਬੂਟੀਆਂ 'ਚੋਂ ਇੱਕ ਜੜੀ ਬੂਟੀ ਹੈ ਤੇ ਇਹਦੇ ਵਿੱਚ ਵੈਦਿਕ ਗੁਣ ਨੇ ਤੇ ਇਸ ਕਰਕੇ ਇਹਨੂੰ ਨਸ਼ਾ ਕਹਿਣਾ ਵੀ ਇੱਕ ਤਰੀਕੇ ਨਾਲ ਤੇ ਗਲਤੀ ਹੈ, ਕਿਉਂਕਿ ਅਫੀਮ ਤੋਂ ਅਸੀਂ ਮਾਰਫਿਨ ਤੇ ਕੋਡੀਨ ਨਾਮ ਦੇ ਜਿਹੜੇ ਉਹ ਅਲਕੈਲੋਇਡ ਆ ਉਹ ਕੱਢ ਲੈਂਦੇ ਹਾਂ। ਅਲਕੈਲੋਇਡ ਇੱਕ ਤਰ੍ਹਾਂ ਦੇ ਕੈਮੀਕਲ ਹੁੰਦੇ ਨੇ, ਉਹ ਜਿਹੜੇ ਇੰਨੇ ਵਧੀਆ ਕੈਮੀਕਲ ਨੇ ਕਿ ਉਹਨਾਂ ਨੂੰ ਅਸੀਂ ਨਾਰਕੋਟਿਕ ਐਨਾਲਿਸਿਸ ਕਹਿੰਦੇ ਹਾਂ ਕਿ ਉਹ ਦਰਦ ਨਿਵਾਰਕ ਦੁਨੀਆ ਦੀਆਂ ਸਭ ਤੋਂ ਬਿਹਤਰੀਨ ਦਰਦ ਨਿਵਾਰਕ ਦਵਾਈਆਂ ਨੇ। ਅਫੀਮ ਸਾਡੇ ਮੁਲਕ ਵਿੱਚ ਹਜ਼ਾਰਾਂ ਸਾਲਾਂ ਤੋਂ ਚੱਲ ਰਹੀ ਹੈ। ਹੁਣ ਰਮਾਇਣ ਮਹਾਭਾਰਤ ਦਾ ਵੀ ਜੇ ਅਸੀਂ ਕਾਲ ਦੇਖੀਏ, ਇਤਿਹਾਸਕਾਰਾਂ ਨੇ ਜੋ ਸਾਨੂੰ ਦੱਸਿਆ 3500-3700 ਸਾਲ ਪਹਿਲਾਂ ਵੀ ਉਹ ਦੀਆਂ ਉਹ ਕਹਾਣੀਆਂ ਨੇ ਤੇ ਉਦੋਂ ਵੀ ਅਫੀਮ ਚੱਲਦੀ ਸੀ। ਮੈਂ ਤਾਂ ਇਹ ਸਵਾਲ ਕਰਦਾ ਸਰਕਾਰ ਨੂੰ ਵੀ ਤੁਸੀਂ ਕਹਿ ਦਿੰਦੇ ਹੋ ਕਿ ਅਸੀਂ 50 ਕਰੋੜ ਦੀ ਡਰੱਗ ਪਕੜੀ। ਜਦੋਂ ਤੁਸੀਂ ਕਹਿੰਦੇ ਹੋ 50 ਕਰੋੜ ਦੀ ਡਰੱਗ ਪਕੜੀ, ਇੱਕ ਭੋਲਾ ਭਾਲਾ ਬੰਦਾ ਹੈ ਜਾਂ ਇੱਕ ਛੋਟਾ ਗੈਂਗਸਟਰ ਉਹ ਵੀ ਸੋਚਦਾ ਯਾਰ 50 ਕਰੋੜ 'ਚੋਂ 5 ਕਰੋੜ ਮੈਨੂੰ ਵੀ ਮਿਲ ਜਾਣ, ਉਹ ਵੀ ਆ ਕੇ ਜੰਪ ਕਰੇਗਾ। ਹਰ ਬੰਦਾ ਇੱਕ ਅਟਰੈਕਸ਼ਨ ਬਣ ਗਈ। ਤੁਸੀਂ ਇੱਕ ਚੀਜ਼ ਨੂੰ ਗਲੈਮਰਾਈਜ਼ ਕਰ ਦਿੱਤਾ। ਤੁਸੀਂ ਉਹਦੀ ਅਸਲੀ ਕੀਮਤ ਦੱਸੋ ਨਾ ਕਿ 5-7 ਹਜ਼ਾਰ ਦਾ ਸਮਾਨ ਫੜਿਆ ਹੈ। ਸਰਕਾਰਾਂ ਨੇ ਗਲਤ ਨੀਤ ਦੇ ਨਾਲ ਅਫੀਮ ਨੂੰ ਰੈਗੂਲੇਟ ਕੀਤਾ, ਅਫੀਮ 'ਤੇ ਪਾਬੰਦੀਆਂ ਲਾਈਆਂ, ਭੰਗ ਨੂੰ ਰੈਗੂਲੇਟ ਕੀਤਾ, ਭੰਗ 'ਤੇ ਪਾਬੰਦੀਆਂ ਲਾਈਆਂ। ਉਹਦਾ ਸਿੱਟਾ ਇਹ ਨਿਕਲਿਆ ਕਿ ਇਹ ਚਿੱਟਾ ਆ ਗਿਆ। ਇਹ ਚਿੱਟਾ ਆ ਗਿਆ, ਇਹ ਚਿੱਟੇ ਨੇ ਸਾਡੀਆਂ ਜਵਾਨੀਆਂ ਬਰਬਾਦ ਕਰ ਦਿੱਤੀਆਂ, ਸਾਡੇ ਮੁੰਡਿਆਂ ਨਾਲ ਜੇਲ੍ਹਾਂ ਭਰ ਦਿੱਤੀਆਂ। ਸਤਿ ਸ਼੍ਰੀ ਅਕਾਲ, ਲੁਧਿਆਣਾ ਟਾਈਮਸ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਅਮਨ ਸਿੰਘ। ਪੰਜਾਬ ਦੇ ਵਿੱਚ ਆਏ ਦਿਨ ਹੀ ਵੱਖ-ਵੱਖ ਵਿਸ਼ਿਆਂ ਦੇ ਉੱਪਰ ਜਿਹੜੇ ਮੁੱਦੇ ਨੇ ਉਹ ਗਰਮਾਉਂਦੇ ਰਹਿੰਦੇ ਨੇ। ਇੱਕ ਬੜਾ ਗੰਭੀਰ ਮੁੱਦਾ ਹੈ ਪੰਜਾਬ ਦੇ ਵਿੱਚ ਕਿ ਨੌਜਵਾਨੀ ਜਿਹੜੀ ਆ ਉਹ ਨਸ਼ੇ ਤੇ ਲੱਗੀ ਹੋਈ ਹੈ। ਸਿੰਥੈਟਿਕ ਡਰੱਗਸ ਜੋ ਪੰਜਾਬ ਦੀ ਨੌਜਵਾਨੀ ਦਾ ਘਾਣ ਕਰ ਰਹੀ ਹੈ। ਸੋ ਇਸ ਦੇ ਬਿਲਕੁਲ ਉਲਟ ਪੰਜਾਬ ਦੀਆਂ ਜਿਹੜੀਆਂ ਕਈ ਆਵਾਜ਼ਾਂ ਨੇ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਆ ਪੰਜਾਬ ਸਰਕਾਰ ਤੱਕ ਇਹ ਗੱਲ ਪਹੁੰਚਾਉਣ ਦੀ ਕਿ ਪੰਜਾਬ ਦੇ ਵਿੱਚ ਜੇਕਰ ਸਿੰਥੈਟਿਕ ਡਰੱਗਸ ਨੂੰ ਖਤਮ ਕਰਨਾ ਤਾਂ ਕਿਤੇ ਨਾ ਕਿਤੇ ਜਿਹੜੀ ਆ ਉਹ ਅਫੀਮ ਦੀ ਜਿਹੜੀ ਖੇਤੀ ਆ ਉਹ ਸ਼ੁਰੂ ਕਰਨੀ ਬਹੁਤ ਜ਼ਰੂਰੀ ਹੈ। ਸੋ ਪੰਜਾਬ ਦੇ ਕਈ ਨੁਮਾਇੰਦੇ ਜਿਨ੍ਹਾਂ ਨੇ ਸੰਸਦ ਦੇ ਵਿੱਚ ਵੀ ਇਹ ਮੁੱਦਾ ਚੁੱਕਿਆ ਸੀ, ਆਪਣੀ ਆਵਾਜ਼ ਸੰਸਦ ਦੇ ਵਿੱਚ ਵੀ ਬੁਲੰਦ ਕੀਤੀ ਸੀ, ਪਰ ਇਹ ਮਾਮਲਾ ਜਿਉਂ ਦਾ ਤਿਉਂ ਉੱਥੇ ਹੀ ਖੜਾ ਹੈ। ਸੋ ਅੱਜ ਸਾਡੇ ਨਾਲ ਇੱਕ ਸ਼ਖਸ ਜੁੜੇ ਨੇ ਜੋ ਹਮੇਸ਼ਾ ਰਿਸਰਚ ਕਰਦੇ ਨੇ ਇਸ ਮੁੱਦੇ ਦੇ ਉੱਪਰ। BS ਔਲਖ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵਿਚਾਰ ਚਰਚਾ ਕਰਾਂਗੇ ਇਸ ਬਾਬਤ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਇੱਕ ਬਹੁਤ ਵੱਡਾ ਮੁੱਦਾ ਜਿੱਥੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੀ ਹੈ। ਸਿੰਥੈਟਿਕ ਡਰੱਗਸ ਦਾ ਜਿਹੜਾ ਪ੍ਰਚਲਨ ਪਿਛਲੇ 2 ਦਹਾਕਿਆਂ ਤੋਂ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਔਰ ਕਈ ਜਿਹੜੇ ਇੰਟੈਲੈਕਚੁਅਲਸ ਨੇ ਬਾਰ-ਬਾਰ ਇਹ ਗੱਲ ਕਹਿੰਦੇ ਨੇ ਕਿ ਜੇਕਰ ਨੌਜਵਾਨੀ ਨੂੰ ਇਸ ਸਿੰਥੈਟਿਕ ਡਰੱਗਸ ਦੀ ਦਲਦਲ ਦੇ ਵਿੱਚੋਂ ਕੱਢਣਾ ਤਾਂ ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਉਪਰਾਲਾ ਕਰਨਾ ਹੋਏਗਾ ਔਰ ਪੰਜਾਬ ਦੇ ਵਿੱਚ ਜਿਹੜੀ ਅਫੀਮ ਦੀ ਖੇਤੀ ਹੈ ਉਸ ਨੂੰ ਸ਼ੁਰੂ ਕਰਨਾ ਪਵੇਗਾ। ਪਰ ਇਹ ਮਾਮਲਾ ਜਿਉਂ ਦਾ ਤਿਉਂ ਪਿਆ ਏ। ਵੱਖ-ਵੱਖ ਜਿਹੜੇ ਲੋਕ ਨੇ ਉਹਨਾਂ ਨੇ ਇਸ ਮੁੱਦੇ ਉੱਪਰ ਆਵਾਜ਼ ਆਪਣੀ ਚੁੱਕੀ ਹੈ। ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਇਹ ਦੱਸੋ ਕਿ ਅਫੀਮ ਜਿਹੜੀ ਹੈ ਇਹ ਕੀ ਚੀਜ਼ ਹੈ, ਕਿਉਂਕਿ ਹਰ ਇੱਕ ਵਰਗ ਦੇ ਵਿੱਚ ਅਲੱਗ-ਅਲੱਗ ਪ੍ਰਚਲਨ ਹੈ ਕਿ ਅਫੀਮ ਨਸ਼ਾ ਹੈ, ਕੋਈ ਇਸ ਨੂੰ ਦਵਾਈ ਕਹਿੰਦਾ। ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਸਰ? ਦੇਖੋ ਜੀ, ਅਫੀਮ ਕੀ ਚੀਜ਼ ਹੈ ਇਹਦੇ ਬਾਰੇ ਜੇ ਮੈਂ ਆਪਣੇ ਵਿਚਾਰ ਨਾ ਦੱਸਾਂ ਤੇ ਮੈਂ ਆਚਾਰੀਆ ਜੀਵਕ ਦੇ ਵਿਚਾਰ ਦੱਸਾਂ। ਆਚਾਰੀਆ ਜੀਵਕ ਉਹ ਵੈਦਾਚਾਰੀਆ ਨੇ ਜਿਨ੍ਹਾਂ ਨੇ ਮਹਾਤਮਾ ਬੁੱਧ ਦਾ ਹਰਨੀਆਂ ਦਾ ਆਪਰੇਸ਼ਨ ਕੀਤਾ ਸੀ। ਉਹਨਾਂ ਨੂੰ ਉਹਨਾਂ ਦੇ ਗੁਰੂ ਨੇ ਕਿਹਾ ਸੀ ਕਿ ਇੱਥੇ ਨਾ 14 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਾ ਕੇ ਤੇ ਤੂੰ ਮੈਨੂੰ ਉਹ ਬੂਟੀ ਲੱਭ ਕੇ ਲਿਆ ਦੇ ਜਿਹਦੇ ਵਿੱਚ ਵੈਦਿਕ ਗੁਣ ਨਹੀਂ ਹੈਗੇ। ਤੇ ਉਹ 2 ਮਹੀਨੇ ਘੁੰਮਦੇ ਰਹੇ ਸੀ ਤੇ ਉਹਨਾਂ ਨੂੰ ਇੱਕ ਵੀ ਜੜੀ ਬੂਟੀ ਨਹੀਂ ਸੀ ਲੱਭੀ ਜਿਹਦੇ ਵਿੱਚ ਵੈਦਿਕ ਗੁਣ ਨਾ ਹੋਣ। ਇਸ ਕਰਕੇ ਜੇ ਅਸੀਂ ਇਹ ਕਹਿ ਦਈਏ ਕਿ ਅਫੀਮ ਕੀ ਚੀਜ਼ ਹੈ, ਅਫੀਮ ਵੀ ਉਹਨਾਂ ਜੜੀ ਬੂਟੀਆਂ 'ਚੋਂ ਇੱਕ ਜੜੀ ਬੂਟੀ ਹੈ ਤੇ ਇਹਦੇ ਵਿੱਚ ਵੈਦਿਕ ਗੁਣ ਨੇ ਤੇ ਇਸ ਕਰਕੇ ਇਹਨੂੰ ਨਸ਼ਾ ਕਹਿਣਾ ਵੀ ਇੱਕ ਤਰੀਕੇ ਨਾਲ ਤੇ ਗਲਤੀ ਹੈ। ਇਹ ਕਿਉਂਕਿ ਜਿਹੜੇ ਇਹਦੇ ਇਸਤੇਮਾਲ ਨੇ ਔਰ ਜੋ ਇਸਤੇਮਾਲ ਮਾਡਰਨ ਸਾਇੰਸ ਦੇ ਵਿੱਚ ਵੀ ਹੈਗੇ ਨੇ, ਐਲੋਪੈਥੀ 'ਚ ਵੀ ਹੈਗੇ ਨੇ, ਕਿਉਂਕਿ ਅਫੀਮ ਤੋਂ ਅਸੀਂ ਮਾਰਫਿਨ ਤੇ ਕੋਡੀਨ ਨਾਮ ਦੇ ਜਿਹੜੇ ਉਹ ਅਲਕੈਲੋਇਡ ਆ ਉਹ ਕੱਢ ਲੈਂਦੇ ਹਾਂ। ਅਲਕੈਲੋਇਡ ਇੱਕ ਤਰ੍ਹਾਂ ਦੇ ਕੈਮੀਕਲ ਹੁੰਦੇ ਨੇ, ਉਹ ਜਿਹੜੇ ਇੰਨੇ ਵਧੀਆ ਕੈਮੀਕਲ ਨੇ ਕਿ ਉਹਨਾਂ ਨੂੰ ਅਸੀਂ ਨਾਰਕੋਟਿਕ ਐਨਾਲਿਸਿਸ ਕਹਿੰਦੇ ਹਾਂ ਕਿ ਉਹ ਦਰਦ ਨਿਵਾਰਕ ਦੁਨੀਆ ਦੀਆਂ ਸਭ ਤੋਂ ਬਿਹਤਰੀਨ ਦਰਦ ਨਿਵਾਰਕ ਦਵਾਈਆਂ ਨੇ। ਤੇ ਕੋਡੀਨ ਦੇ ਬਾਰੇ ਤਾਂ ਤੁਹਾਨੂੰ ਪਤਾ ਵੀ ਹੈ ਕਿ ਖਾਂਸੀ ਦੀ ਵੀ ਬਹੁਤ ਵਧੀਆ ਦਵਾਈ ਹੈ। ਤੇ ਇਸ ਕਰਕੇ ਅਫੀਮ ਬੇਸਿਕਲੀ ਤਾਂ ਇੱਕ ਜੜੀ ਬੂਟੀ ਆ ਜਿਹਦੇ ਵਿੱਚ ਵੈਦਿਕ ਗੁਣ ਨੇ, ਦਵਾਈਆਂ ਵਾਲੇ ਗੁਣ ਨੇ। ਨਸ਼ਾ ਜਿਹੜਾ ਹੈਗਾ ਉਹ ਜੇ ਅਸੀਂ ਹਿਸਾਬ ਨਾਲ ਕਹੀਏ ਤਾਂ ਉਹਦਾ ਇੱਕ ਸਾਈਡ ਇਫੈਕਟ ਕਹਿ ਸਕਦੇ ਹਾਂ ਅਸੀਂ, ਜਾਂ ਉਹਦਾ ਇੱਕ ਦੁਰਉਪਯੋਗ ਹੋ ਸਕਦਾ ਹੈ। ਤੇ ਬਾਕੀ ਇਹ ਹੈ ਤਾਂ ਜੜੀ ਬੂਟੀ ਹੀ ਹੈ। ਸਰ, ਮਾਰਫਿਨ ਦੀ ਤੁਸੀਂ ਗੱਲ ਕੀਤੀ। ਅਕਸਰ ਕਿਹਾ ਜਾਂਦਾ ਕਿ ਫੌਜ ਦੇ ਵਿੱਚ ਜਦੋਂ ਫੌਜੀਆਂ ਨੂੰ ਜੰਗ ਦੇ ਦੌਰਾਨ ਸੱਟਾਂ ਲੱਗਦੀਆਂ, ਕਈ ਵਾਰ ਗੋਲੀ ਵੀ ਲੱਗ ਜਾਂਦੀ ਹੈ ਤੇ ਉਦੋਂ ਉਹਨਾਂ ਦੇ ਦਰਦ ਨੂੰ ਰੋਕਣ ਲਈ ਮਾਰਫਿਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸੋ ਉਸ ਬਾਰੇ ਵੀ ਦੱਸੋ, ਮਾਰਫਿਨ ਕੀ ਚੀਜ਼ ਹੈ ਔਰ ਅਫੀਮ ਜਿਹੜੀ ਹੈ ਕਈ ਦਵਾਈਆਂ ਦੇ ਵਿੱਚ ਵੀ ਵਰਤੀ ਜਾਂਦੀ ਹੈ, ਉਹਨਾਂ ਦੇ ਵਿੱਚੋਂ ਇੱਕ ਮਾਰਫਿਨ ਵੀ ਹੈ। ਦੇਖੋ, ਇਹ ਤਾਂ ਇੱਕ ਸਟੈਂਡਰਡ ਪ੍ਰੈਕਟਿਸ ਹੈ ਨਾ, ਕਿਉਂਕਿ ਫੌਜੀ ਜੰਗ ਦੇ ਵਿੱਚ ਲੜਨ ਵਾਸਤੇ ਜਾ ਰਿਹਾ,
ਉੱਥੇ ਗੋਲੀ ਵੀ ਲੱਗ ਸਕਦੀ ਹੈ ਨਾ, ਤੇ ਬਹੁਤ ਗਹਿਰੇ ਜ਼ਖਮ ਵੀ ਹੋ ਸਕਦੇ ਨੇ, ਬੰਬ ਧਮਾਕਿਆਂ ਦੇ ਵਿੱਚ ਛਰੇ ਵੀ ਵੱਜ ਸਕਦੇ ਨੇ, ਤੇ ਉਹ ਬੜੀਆਂ ਸਟਰੋਂਗ ਦਰਦਾਂ ਹੁੰਦੀਆਂ ਨੇ। ਉਹਨੂੰ ਕੋਈ ਵੀ ਦੁਨੀਆ ਦਾ ਛੋਟਾ ਮੋਟਾ ਦਰਦ ਨਿਵਾਰਕ ਨਹੀਂ ਦੂਰ ਕਰ ਸਕਦਾ। ਉਹਦੇ ਵਾਸਤੇ ਮਾਰਫੀਨ ਵਰਗਾ ਸਟਰੋਂਗ ਨਾਰਕੋਟਿਕ ਐਨਾਲਜੈਸਿਕ ਹੀ ਚਾਹੀਦਾ ਹੁੰਦਾ, ਤੇ ਉਹ ਇਸ ਕਰਕੇ ਮਾਰਫੀਨ ਦੇ ਟੀਕੇ ਦਿੱਤੇ ਜਾਂਦੇ ਨੇ, ਫੌਜੀਆਂ ਦੇ ਨਾਲ ਹੁੰਦੇ ਨੇ, ਔਰ ਇਹ ਸੈਂਕੜੇ ਸਾਲਾਂ ਤੋਂ ਚੱਲ ਰਿਹਾ। ਇਹ ਜਦੋਂ ਅੰਗਰੇਜ਼ਾਂ ਦੇ ਰਾਜ 'ਚ ਵੀ ਦਿੱਤੇ ਜਾਂਦੇ ਸੀਗੇ, ਵਰਲਡ ਵਾਰ ਦੇ ਵਿੱਚ ਵੀ ਦਿੱਤੇ ਜਾਂਦੇ ਸੀਗੇ, ਔਰ ਇਹਦੇ ਨਾਲ ਹੀ ਦਰਦਾਂ ਰੁਕਦੀਆਂ ਨੇ। ਹੁਣ ਐਕਸੀਡੈਂਟ ਹੋ ਜਾਂਦੇ ਨੇ, ਲੋਕਾਂ ਦੀਆਂ ਹੱਡੀਆਂ ਟੁੱਟ ਜਾਂਦੀਆਂ ਨੇ, ਬੜੇ ਆਪਰੇਸ਼ਨ ਹੋ ਜਾਂਦੇ ਨੇ, ਉਹ ਦਰਦਾਂ ਨੂੰ ਕੋਈ ਮਾੜਾ ਮੋਟਾ ਜਿਹੜਾ ਪੇਨ ਕਿਲਰ ਆ ਉਹ ਤਾਂ ਰੁਕਦਾ ਨਹੀਂ। ਉਹਦੇ ਵਾਸਤੇ ਨਾਰਕੋਟਿਕ ਐਨਾਲਜੈਸਿਕ ਹੀ ਦੇਣੇ ਪੈਂਦੇ ਨੇ, ਔਰ ਮਾਰਫੀਨ ਦੁਨੀਆ ਦਾ ਇੱਕ ਬਿਹਤਰੀਨ ਨਾਰਕੋਟਿਕ ਐਨਾਲਜੈਸਿਕ ਹੈਗਾ, ਜਿਹੜਾ ਕਰੀਬ ਪਿਛਲੇ 100-125 ਸਾਲਾਂ ਤੋਂ ਇਸਤੇਮਾਲ ਹੋ ਰਿਹਾ, ਤੇ ਬੜਾ ਹੀ ਸੁਰੱਖਿਅਤ ਵੀ ਹੈਗਾ ਹੈ। ਸਰ, ਕਈ ਦਵਾਈ ਕੰਪਨੀਆਂ ਕਹਿੰਦੇ ਨੇ ਕਿ ਅਫੀਮ ਦਾ ਜਿਹੜਾ ਇਸਤੇਮਾਲ ਉਹ ਦਵਾਈਆਂ ਦੇ ਵਿੱਚ ਕਰਦੀਆਂ ਨੇ, ਦਰਦ ਨਿਵਾਰਕ ਜਿਹੜੀਆਂ ਦਵਾਈਆਂ ਹੁੰਦੀਆਂ ਉਹਨਾਂ ਦੇ ਲਈ, ਦਰਦ ਨਿਵਾਰਕ ਦਵਾਈਆਂ ਲਈ। ਉਸ ਤੋਂ ਬਾਅਦ ਕਈ ਹੋਰ ਦਵਾਈਆਂ ਦੇ ਵਿੱਚ ਵੀ ਇਹਦਾ ਇਸਤੇਮਾਲ ਹੁੰਦਾ। ਕਿੰਨਾ ਕੁ ਸਹੀ ਹੈ ਕਿ ਵਾਕਈ ਕੁਝ ਦਵਾਈਆਂ ਦੇ ਵਿੱਚ ਜਿਹੜੀ ਅਫੀਮ ਹੈ ਉਹ ਪਾਈ ਜਾਂਦੀ ਹੈ? ਦੇਖੋ ਜੀ, ਇਹ ਐਜ਼ ਸੱਚ ਵੀ ਯੂਜ ਹੁੰਦੀ ਹੈ ਨਾ। ਹੁਣ ਮਾਰਫੀਨ ਦਾ ਦੇਖੋ, ਮਾਰਫੀਨ ਤਾਂ ਸਿੱਧਾ ਹੀ ਕੱਢ ਲੈਂਦੇ ਹਾਂ ਅਸੀਂ ਅਫੀਮ 'ਚੋਂ, ਉਹਦੇ ਵਿੱਚ ਅਸੀਂ ਕੋਈ ਤਬਦੀਲੀ ਥੋੜ੍ਹੀ ਕਰਦੇ ਹਾਂ। ਉਹ ਇੱਕ ਤਰ੍ਹਾਂ ਦਾ ਨੈਚੁਰਲ ਕੈਮੀਕਲ ਆ। ਕੋਡੀਨ ਵੀ ਇੱਕ ਤਰ੍ਹਾਂ ਦਾ ਨੈਚੁਰਲ ਕੈਮੀਕਲ ਆ। ਈਵਨ ਥੋੜ੍ਹੇ ਬਹੁਤੇ ਸੈਮੀ ਸਿੰਥੈਟਿਕ ਡੈਰੀਵੇਟਿਵ ਵੀ ਨਿਕਲਦੇ ਨੇ, ਜਿਵੇਂ ਪੈਂਟਾਜੋਸੀਨ ਹੋ ਗਈ, ਅਤੇ ਇਹ ਜਿਹੜੀਆਂ ਚੀਜ਼ਾਂ ਨੇ, ਤੇ ਇਹ ਮਤਲਬ ਕੈਮੀਕਲ ਤਾਂ ਹੈਗੀਆਂ ਹੀ ਨੇ, ਤੇ ਇਹਨਾਂ ਦੇ ਜਿਹੜੇ ਫਾਇਦੇ ਨੇ ਉਹ ਤਾਂ ਆਪਾਂ ਨੂੰ ਪਤਾ ਹੀ ਹੈਗੇ ਨੇ, ਤੇ ਕੋਈ ਇਹਦੇ ਬਹੁਤ ਜ਼ਿਆਦਾ ਸਾਈਡ ਇਫੈਕਟ ਵੀ ਹੈ ਨਹੀਂ ਗੇ ਇਹਦੇ। ਸਰ, ਜਿਵੇਂ ਕਿਹਾ ਜਾ ਰਿਹਾ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹ ਨਸ਼ਿਆਂ ਦੇ, ਸਪੈਸ਼ਲੀ ਆ ਜਿਹੜਾ ਚਿੱਟੇ ਦਾ ਕਹਿਰ ਪੰਜਾਬ ਦੇ ਕਈ ਪਰਿਵਾਰ ਜਿਹੜੇ ਆ ਉਜਾੜ ਚੁੱਕਿਆ ਹੈ। ਵੱਖ-ਵੱਖ ਸਮਿਆਂ 'ਤੇ ਜਿਹੜੇ ਲੀਡਰ ਨੇ ਉਹਨਾਂ ਨੇ ਸੰਸਦ ਦੇ ਵਿੱਚ ਵੀ ਇਹ ਮੁੱਦਾ ਚੁੱਕਿਆ ਸੀ ਕਿ ਪੰਜਾਬ ਦੇ ਵਿੱਚ ਅਫੀਮ ਦੀ ਜਿਹੜੀ ਖੇਤੀ ਉਹ ਹੋਣੀ ਚਾਹੀਦੀ ਹੈ, ਤਾਂ ਜੋ ਜਿਹੜੇ ਨੌਜਵਾਨ ਨੇ ਉਸ ਸਿੰਥੈਟਿਕ ਡਰੱਗਸ ਤੋਂ ਪਿੱਛੇ ਆ ਜਾਣ। ਸਰ, ਤੁਹਾਨੂੰ ਕੀ ਲੱਗਦਾ ਕਿ ਵਾਕਈ ਇਹ ਗੱਲ ਸਹੀ ਹੈ ਕਿ ਜੇਕਰ ਨੌਜਵਾਨੀ ਨੂੰ ਰੋਕਣਾ ਇਸ ਨਸ਼ੇ ਤੋਂ, ਤਾਂ ਇਹ ਖੇਤੀ ਹੋਣੀ ਚਾਹੀਦੀ ਹੈ? ਕਿਉਂਕਿ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ, ਪੰਜਾਬ ਤੋਂ ਜਿਹੜੇ ਬਾਹਰਲੇ ਸੂਬੇ ਨੇ, ਜਿਵੇਂ ਰਾਜਸਥਾਨ ਹੋ ਗਿਆ, ਉੱਥੇ ਅੱਜ ਵੀ ਡੀਪੂ ਖੁੱਲ੍ਹੇ ਹੋਏ ਨੇ, ਲੋਕ ਆਸਾਨੀ ਦੇ ਨਾਲ ਅਫੀਮ ਜਿਹੜੀ ਆ ਉਹ ਲੈ ਸਕਦੇ ਨੇ। ਤੁਹਾਡੇ ਇਸ ਬਾਰੇ ਕੀ ਵਿਚਾਰ ਨੇ? ਦੇਖੋ, ਹੁਣ ਤੁਸੀਂ ਆਏ ਸਹੀ ਮੁੱਦੇ, ਅਸਲੀ ਮੁੱਦੇ ਵੱਲ। ਅਸਲੀ ਮੁੱਦਾ ਇਹ ਆ ਕਿ ਅਫੀਮ ਸਾਡੇ ਮੁਲਕ ਵਿੱਚ ਹਜ਼ਾਰਾਂ ਸਾਲਾਂ ਤੋਂ ਚੱਲ ਰਹੀ ਹੈ। ਹੁਣ ਰਮਾਇਣ ਮਹਾਭਾਰਤ ਦਾ ਵੀ ਜੇ ਅਸੀਂ ਕਾਲ ਦੇਖੀਏ, ਇਤਿਹਾਸਕਾਰਾਂ ਨੇ ਜੋ ਸਾਨੂੰ ਦੱਸਿਆ, 3500-3700 ਸਾਲ ਪਹਿਲਾਂ ਵੀ ਉਹ ਕਹਾਣੀਆਂ ਨੇ, ਤੇ ਉਦੋਂ ਵੀ ਅਫੀਮ ਚੱਲਦੀ ਸੀ। ਉਸ ਤੋਂ ਪਹਿਲਾਂ ਦੀ ਇਹ ਪ੍ਰਚਲਨ ਵਿੱਚ ਹੈਗੀ ਆ। ਅੱਜ ਤੱਕ ਤਾਂ ਇਹਨੇ ਕੋਈ ਕਿਆਮਤ ਨਹੀਂ ਲਿਆਂਦੀ, ਕੋਈ ਜ਼ਲਜ਼ਲਾ ਨਹੀਂ ਆਇਆ। ਤੇ ਇਹ ਜਦੋਂ ਅੰਗਰੇਜ਼ ਸਰਕਾਰ ਆਈ, ਅੰਗਰੇਜ਼ ਤਾਂ ਵਪਾਰੀ ਸੀਗੇ, ਉਹਨਾਂ ਨੇ ਆ ਕੇ ਅਫੀਮ 'ਤੇ ਪਾਬੰਦੀਆਂ ਲਾਈਆਂ, ਰੈਗੂਲੇਸ਼ਨ ਕੀਤੀ, ਇਹਦੀ ਖੇਤੀ ਬੈਨ ਕੀਤੀ। ਉਸ ਤੋਂ ਬਾਅਦ ਇਹਦਾ ਨਸ਼ਾ ਵਧਿਆ, ਔਰ ਲੋਕਾਂ ਦੇ ਵਿੱਚ ਸਾਈਡ ਇਫੈਕਟ ਆਏ। ਹੁਣ ਜਿਹੜੇ ਜਿਹਨੂੰ ਤੁਸੀਂ ਚਿੱਟਾ ਬੋਲਦੇ ਹੋ, ਚਿੱਟਾ ਤੇ ਕੈਮੀਕਲ ਡਰੱਗ ਨੇ ਬੇਸਿਕਲੀ, ਤੇ ਉਹ ਵੀ ਦਵਾਈਆਂ ਹੀ ਨੇ। ਮਿਥਾਈਲ ਐਂਫੇਟਾਮੀਨ ਹੁੰਦੀ ਹੈ ਉਹਦੇ ਵਿੱਚ। ਮਿਥਾਈਲ ਐਂਫੇਟਾਮੀਨ ਇੱਕ ਤਰ੍ਹਾਂ ਦੀ ਵਜਨ ਘਟਾਉਣ ਵਾਲੀ ਦਵਾਈ ਹੁੰਦੀ ਆ। ਚਲੋ, ਉਹਦੇ ਵਿੱਚ ਔਰਤਾਂ 'ਚ ਸਾਈਡ ਇਫੈਕਟ ਇਹ ਆ ਜਾਂਦੇ ਆ ਕਿ ਔਰਤਾਂ ਉਹਨੂੰ ਖਾ ਕੇ ਨਾ ਸੈਕਸੁਅਲੀ ਐਕਸਾਈਟ ਹੋ ਜਾਂਦੀਆਂ ਨੇ। ਬੰਦਿਆਂ 'ਚ ਤਾਂ ਉਹ ਸਾਈਡ ਇਫੈਕਟ ਵੀ ਉਹਦਾ ਹੈ ਨਹੀਂ ਗਾ। ਅਤੇ ਫਿਰ ਉਹਦੇ 'ਚੋਂ ਨਿਕਲਦੀ ਆ ਮੈਥੀਲੀਨ, ਡਾਈਮੀਨ, ਮਿਥਾਈਲ ਐਂਫੇਟਾਮੀਨ, MDMA ਜਿਹਨੂੰ ਬੋਲਦੇ ਆ। ਉਹ ਇੱਕ ਪਾਰਟੀ ਡਰੱਗ ਹੈ, ਆਈਸ, ਜਿਹੜੀ ਬੜੀ ਹੀ ਸਟਰੋਂਗ ਡਰੱਗ ਆ, ਕੋਕੇਨ ਦੀ ਟੱਕਰ ਦੀ ਦਵਾਈ ਹੈ। ਉਹਨੂੰ ਰੇਵ ਪਾਰਟੀਆਂ ਵਿੱਚ ਚੱਲਦੇ ਆ। ਰੇਵ ਪਾਰਟੀਆਂ ਵਿੱਚ ਇਹ ਨੌਜਵਾਨ ਕੀ ਕਰਨ ਜਾਂਦੇ ਆ? ਸੈਕਸ ਔਰ ਨਸ਼ਾ ਦੋਨਾਂ ਦਾ ਕੋਂਬੋ, ਉਹਦੇ ਵਾਸਤੇ ਇਹ ਲੋਕ ਜਾਂਦੇ ਨੇ। ਫਿਰ ਜਿਹੜੀਆਂ ਹੋਰ ਦਵਾਈਆਂ ਆ ਗਈਆਂ, ਜਿਵੇਂ ਸੂਡੋਨਾਰੈਫਿਡਰੀਨ ਹੋ ਗਈ। ਸੂਡੋਨਾਰੈਫਿਡਰੀਨ ਵੀ ਇੱਕ ਸਿੰਥੈਟਿਕ ਡਰੱਗ ਹੈਗੀ ਆ, ਸੈਮੀ ਸਿੰਥੈਟਿਕ ਡਰੱਗ ਹੈਗੀ ਆ। ਥੋੜ੍ਹੀ ਜਿਹੀ ਨੈਚੁਰਲ ਹੁੰਦੀ ਆ, ਥੋੜ੍ਹੀ ਜਿਹੀ ਇਹਨੂੰ ਅਸੀਂ ਸਿੰਥੈਟਿਕ ਕਰ ਦਿੰਦੇ ਆ। ਇਹ ਤਿੰਨੇ ਕੈਮੀਕਲ ਮਿਲ ਕੇ ਬਣਦਾ ਚਿੱਟਾ। ਇਹ ਤਿੰਨਾਂ ਤਰ੍ਹਾਂ ਦਾ ਚਿੱਟਾ। ਹੁਣ ਇਹਨਾਂ ਦੀਆਂ ਜੇ ਤੁਸੀਂ ਦੇਖੋ ਕਿ ਕੋਟੇਸ਼ਨਾਂ ਦੇਖੋ, ਤੇ ਇਹ ਮੇਰੇ ਕੋਲ ਇੱਕ ਇਹੋ ਜਿਹੀ ਕੋਟੇਸ਼ਨ ਪਈ ਆ 900 ਰੁਪਏ ਕਿਲੋ। ਹੁਣ ਦੇਖੋ, ਜਿਹੜੀ ਚੀਜ਼ 900 ਰੁਪਏ ਕਿਲੋ ਆ, ਜਦੋਂ ਉਹ 5 ਕਰੋੜ ਦੀ ਹੋ ਜਾਏਗੀ, ਤੇ 5 ਕਰੋੜ ਦੇ ਵਿੱਚ ਕੋਈ ਵੀ ਕਰੋੜਾਪਤੀ ਬਣਨਾ ਚਾਹੇਗਾ ਨਾ, ਤੇ ਜਿਹਦੇ ਹੱਥਾਂ ਦੇ ਵਿੱਚ ਤਾਕਤ ਆ, ਜਿਹੜਾ ਪੋਲੀਟੀਸ਼ੀਅਨ ਆ, ਜਿਹੜਾ ਅਫਸਰ ਹੈ, ਜਿਹੜਾ ਪੁਲਿਸ ਹੈ, ਜਦੋਂ ਇਹਨਾਂ ਲੋਕਾਂ ਦੀਆਂ ਨੀਤਾਂ ਖਰਾਬ ਹੋਣਗੀਆਂ, ਤੇ ਜਿਹੜਾ ਇਹ ਜਿਹਨੂੰ ਅਸੀਂ ਗੈਂਗਸਟਰ ਕਲਚਰ ਕਹਿੰਦੇ ਆ, ਇਹ ਤਿੰਨ ਚੀਜ਼ਾਂ ਜੁੜੀਆਂ ਹੋਈਆਂ ਨੇ ਨਾ। ਆਪਣੇ ਬਾਪੂ ਬਲਕੌਰ ਸਿੰਘ ਗਿੱਲ ਕਹਿੰਦੇ ਹੁੰਦੇ ਆ ਕਿ ਬੂਟਲੈਗਰ, ਪੋਲੀਟੀਸ਼ੀਅਨ ਐਂਡ ਪੁਲਿਸ, ਤਿੰਨਾਂ ਦਾ ਇੱਕ ਨੈਕਸਸ ਹੈ। ਤੇ ਇਹ ਜਿਹੜੀਆਂ ਤਿੰਨ ਚੀਜ਼ਾਂ ਜਦੋਂ ਜੁੜ ਜਾਂਦੀਆਂ ਨੇ, ਤੇ ਪੁਲਿਸ, ਪੋਲੀਟੀਸ਼ੀਅਨ ਤੇ ਇਹ ਗੈਂਗਸਟਰ, ਤੇ ਉਹ ਕੀ ਹੋ ਜਾਂਦਾ ਕਿ ਇੱਕ ਸਕੈਮ ਬਣ ਜਾਂਦਾ, ਇੱਕ ਪੂਰਾ ਸਕੈਂਡਲ ਬਣ ਜਾਂਦਾ। ਤੇ ਇਹ ਰਲ ਕੇ ਜਦੋਂ ਇਹ ਚੀਜ਼ਾਂ ਨੂੰ, ਹੁਣ 900 ਰੁਪਏ ਦੀ ਚੀਜ਼ 5 ਕਰੋੜ ਦੀ ਹੈ। ਹੁਣ ਮੈਂ ਤਾਂ ਇਹ ਸਵਾਲ ਕਰਦਾ ਸਰਕਾਰ ਨੂੰ ਵੀ ਤੁਸੀਂ ਕਹਿ ਦਿੰਦੇ ਹੋ ਕਿ ਅਸੀਂ 50 ਕਰੋੜ ਦੀ ਡਰੱਗ ਪਕੜੀ। ਜਦੋਂ ਤੁਸੀਂ ਕਹਿੰਦੇ ਹੋ 50 ਕਰੋੜ ਦੀ ਡਰੱਗ ਪਕੜੀ, ਇੱਕ ਭੋਲਾ ਭਾਲਾ ਬੰਦਾ ਜਾਂ ਇੱਕ ਛੋਟਾ ਗੈਂਗਸਟਰ, ਉਹ ਵੀ ਸੋਚਦਾ ਯਾਰ 50 ਕਰੋੜ 'ਚੋਂ 5 ਕਰੋੜ ਮੈਨੂੰ ਵੀ ਮਿਲ ਜਾਣ, ਉਹ ਵੀ ਆ ਕੇ ਜੰਪ ਕਰੇਗਾ। ਹਰ ਬੰਦਾ ਇੱਕ ਅਟਰੈਕਸ਼ਨ ਬਣ ਗਈ
ਤੁਸੀਂ ਇੱਕ ਚੀਜ਼ ਨੂੰ ਗਲੈਮਰਾਈਜ਼ ਕਰ ਦਿੱਤਾ। ਤੁਸੀਂ ਉਹਦੀ ਅਸਲੀ ਕੀਮਤ ਦੱਸੋ ਨਾ ਕਿ 5-7 ਹਜ਼ਾਰ ਦਾ ਸਮਾਨ ਫੜਿਆ ਸੀ। ਤੇ ਮੈਂ ਕਹਿੰਦਾ ਕਿ ਕੋਈ ਵੀ ਨਹੀਂ ਆਏਗਾ ਇਹਦੇ ਵਿੱਚ। ਲੋਕ ਵਿਚਾਰੇ ਕਰੋੜਾਂ ਰੁਪਈਏ ਕਮਾਉਣ ਆਉਂਦੇ ਨੇ, ਮੁੜ ਕੇ ਐਸੀ ਦਲਦਲ ਵਿੱਚ ਫਸਦੇ ਨੇ, ਨਾ ਮਾਇਆ ਮਿਲੀ ਨਾ ਰਾਮ, ਨਾ ਵਿਚਾਰਿਆਂ ਕੋਲ ਕੋਈ ਪੈਸਾ ਕਮਾ ਸਕਦੇ ਨੇ। ਘਰ ਘਾਟ ਸਗੋਂ ਤਬਾਹ ਹੋ ਜਾਂਦੇ ਨੇ, ਮੁੜ ਕੇ ਬੱਚੇ ਜਾ ਕੇ ਜੇਲ੍ਹਾਂ 'ਚ ਬੈਠੇ ਰਹਿੰਦੇ ਨੇ। ਜੇਲ੍ਹਾਂ ਭਰ ਗਈਆਂ ਇਹ ਸਰਕਾਰ ਦੀਆਂ ਗਲਤ ਹਰਕਤਾਂ ਕਰਕੇ। ਸਰਕਾਰਾਂ ਨੇ ਗਲਤ ਨੀਤ ਦੇ ਨਾਲ ਅਫੀਮ ਨੂੰ ਰੈਗੂਲੇਟ ਕੀਤਾ, ਅਫੀਮ 'ਤੇ ਪਾਬੰਦੀਆਂ ਲਾਈਆਂ, ਭੰਗ ਨੂੰ ਰੈਗੂਲੇਟ ਕੀਤਾ, ਭੰਗ 'ਤੇ ਪਾਬੰਦੀਆਂ ਲਾਈਆਂ। ਉਹਦਾ ਸਿੱਟਾ ਇਹ ਨਿਕਲਿਆ ਕਿ ਇਹ ਚਿੱਟਾ ਆ ਗਿਆ। ਇਹ ਚਿੱਟਾ ਆ ਗਿਆ, ਇਹ ਚਿੱਟੇ ਨੇ ਸਾਡੀਆਂ ਜਵਾਨੀਆਂ ਬਰਬਾਦ ਕਰ ਦਿੱਤੀਆਂ, ਸਾਡੇ ਮੁੰਡਿਆਂ ਨਾਲ ਜੇਲ੍ਹਾਂ ਭਰ ਦਿੱਤੀਆਂ। ਔਰ ਇਹ ਸਰਕਾਰਾਂ ਨੂੰ ਅਜੇ ਵੀ ਸ਼ਰਮ ਨਹੀਂ ਹੈਗੀ। ਔਰ ਇਹ ਇੰਨੀਆਂ ਗਲਤ ਪਾਲਿਸੀਆਂ ਨੇ। ਜੇ 1000-2000 ਦੀ ਚੀਜ਼ ਨੂੰ ਜਿਹਨੂੰ ਤੁਸੀਂ ਕਹਿੰਦੇ ਹੋ 5 ਕਰੋੜ ਦੀ ਆ 10 ਕਰੋੜ ਦੀ ਹੈ, ਤੇ ਹਰ ਬੰਦਾ ਉਹਦੇ ਵਿੱਚ ਕਹੇਗਾ ਨਾ ਕਿ ਮੈਂ ਕਮਾਈ ਕਰਾਂਗਾ। ਜਿਵੇਂ ਫਿਲਮ ਸਟਾਰਾਂ ਨੂੰ ਕਿੰਨੇ ਪੈਸੇ ਮਿਲਦੇ ਆ, ਕਰੋੜਾਂ ਰੁਪਏ ਮਿਲਦੇ ਆ ਨਾ। ਹਰ ਬੰਦਾ ਫਿਲਮ ਸਟਾਰ ਬਣਨਾ ਚਾਹੁੰਦਾ। ਕ੍ਰਿਕਟਰਾਂ ਨੂੰ ਕਰੋੜਾਂ ਅਰਬਾਂ 'ਚ ਕਮਾਈ ਹੁੰਦੀ ਹੈ, ਹਰ ਬੰਦਾ ਕ੍ਰਿਕਟਰ ਬਣਨਾ ਚਾਹੁੰਦਾ। ਇਵੇਂ ਹੀ ਇੱਥੇ ਲੋਕ ਸੋਚਦੇ ਯਾਰ ਅਸੀਂ ਤੇ ਅਰਬਾਂਪਤੀ ਬਣ ਜਾਵਾਂਗੇ। ਅਨਪੜ੍ਹ ਬੰਦੇ ਵੀ ਆ ਕੇ ਇਹਦੇ ਵਿੱਚ ਆ ਕੇ ਫਸ ਜਾਂਦੇ ਨੇ, ਪਰ ਉਹ ਐਸੀ ਦਲਦਲ 'ਚ ਫਸਦੇ ਨੇ। ਹੁਣ ਤੁਸੀਂ ਹੀਰੋਇਨ ਦੇ ਬਾਰੇ ਤੁਹਾਨੂੰ ਮੈਂ ਇੱਕ ਗੱਲ ਦੱਸ ਦਿਆਂ। ਹੀਰੋਇਨ ਬਣਦੀ ਕਿਹਦੇ ਤੋਂ ਆ? ਮਾਰਫੀਨ ਤੋਂ। ਮਾਰਫੀਨ 1 ਕਿਲੋ ਮਾਰਫੀਨ ਤੋਂ ਕਰੀਬ 1100 ਗ੍ਰਾਮ ਹੀਰੋਇਨ ਬਣ ਜਾਂਦੀ ਹੈ। ਬਹੁਤ ਹੀ ਸਿੰਪਲ ਜੀ ਇੱਕ ਪ੍ਰਕਿਰਿਆ ਹੈ, ਕੋਈ ਬੜੀ ਮਹਿੰਗੀ ਵੀ ਨਹੀਂ ਹੈਗੀ। ਹੁਣ ਦੇਖੋ ਵੀ ਇਹ ਮਾਰਫੀਨ ਦੀ ਕੀਮਤ ਜਿਹੜੀ ਹੈਗੀ ਆ ਮਾਰਕੀਟ ਦੇ ਵਿੱਚ ਉਹ ਕਰੀਬ ਹੁੰਦੀ ਹੈ $250। $250 ਦਾ ਮਤਲਬ 20,000 ਰੁਪਈਆ। ਹੁਣ 20,000 ਰੁਪਏ ਦੀ ਚੀਜ਼ ਤੋਂ ਤੁਹਾਨੂੰ 1100 ਗ੍ਰਾਮ ਪਿਓਰ ਹੀਰੋਇਨ ਬਣ ਗਈ। ਯਾਨੀ ਕਿ ਤੁਹਾਂ ਖਰਚਾ ਕਿੰਨਾ? 20,000। ਤੁਹਾਡੇ ਪੱਲੇ ਕਿੰਨਾ ਆਇਆ? 12 ਕਰੋੜ। ਹੁਣ ਹਰ ਬੰਦਾ 20,000 ਖਰਚਾ ਕਰਕੇ 12 ਕਰੋੜ ਕਮਾਉਣ ਦੀ ਕੋਸ਼ਿਸ਼ ਕਰੇਗਾ ਨਾ ਹੈ। ਹੁਣ ਜੇ ਇਹ ਸਰਕਾਰਾਂ ਇਹਨੂੰ ਗਲੈਮਰਾਈਜ਼ ਕਰਨਾ ਬੰਦ ਕਰ ਦਿੰਦੀਆਂ, ਉਹ ਜਿਹੜੀ ਚੀਜ਼ 20,000 ਰੁਪਈਏ ਦੀ ਆ, ਤੁਸੀਂ ਉਹਨੂੰ ਕਹਿ ਦਿਓ ਜੀ ਅਸੀਂ 25,000 ਦੀ ਪਕੜੀ, 30,000 ਦੀ ਪਕੜੀ, 50,000 ਦੀ ਪਕੜੀ, 1 ਲੱਖ ਦੀ ਪਕੜੀ, ਤੁਸੀਂ ਸਿੱਧਾ ਹੀ ਉਹਨੂੰ ਟਪਾ ਤਾ ਕਰੋੜਾਂ 'ਚ। 12 ਕਰੋੜ ਰੁਪਏ ਦੀ ਚੀਜ਼ ਹੋ ਗਈ, ਗਲੈਮਰਾਈਜ਼ ਹੋ ਗਈ। ਸਰਕਾਰਾਂ ਦੀਆਂ ਪਾਲਿਸੀਆਂ ਗਲਤ ਨੇ। ਇਹ ਚੀਜ਼ਾਂ ਇੱਦਾਂ ਨਹੀਂ ਹੋਣੀਆਂ ਚਾਹੀਦੀਆਂ। ਜੇ ਅਫੀਮ ਦੇ ਉੱਤੇ ਰੈਗੂਲੇਸ਼ਨ ਨਾ ਆਈ ਹੁੰਦੀ, ਭੰਗ ਦੇ ਉੱਤੇ ਰੈਗੂਲੇਸ਼ਨ ਨਾ ਆਈ ਹੁੰਦੀ, ਉਹਨਾਂ ਨਸ਼ਿਆਂ ਨੇ ਸੈਂਕੜੇ ਸਾਲਾਂ 'ਚ ਸਾਡਾ ਕੋਈ ਨੁਕਸਾਨ ਨਹੀਂ ਕੀਤਾ। ਮੁਗਲ ਕਾਲ 'ਚ ਚੱਲਦੀ ਨਾ, ਸ਼ਹਿਜ਼ਾਦਾ ਮੁਰਾਦ ਖਾਂਦਾ ਸੀ ਨਾ, ਜਹਾਂਗੀਰ ਖਾਂਦਾ ਸੀ ਨਾ, ਸਲੀਮ ਜਿਹਨੂੰ ਸ਼ਹਿਜ਼ਾਦਾ ਸਲੀਮ ਖਾਂਦਾ ਸੀ ਨਾ, ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਦਰਬਾਰੀ ਤੱਕ ਖਾਂਦੇ ਸੀ ਨਾ। ਕਿਸੇ ਦਾ ਕੁਛ ਨਹੀਂ ਹੋਇਆ, ਕੋਈ ਨੁਕਸਾਨ ਨਹੀਂ ਹੋਇਆ। ਇਹ ਜਦੋਂ ਈਸਟ ਇੰਡੀਆ ਕੰਪਨੀ ਨੇ ਆ ਕੇ 1874 ਦੇ ਵਿੱਚ ਆ ਕੇ ਰੈਗੂਲੇਸ਼ਨ ਕੀਤੀ ਹੈ, ਉਸ ਤੋਂ ਬਾਅਦ ਇਹਨੂੰ ਬੈਨ ਕੀਤਾ। 1914 ਦੇ ਵਿੱਚ ਬਾਬੂ ਬਲਕੌਰ ਸਿੰਘ ਜੀ ਦੱਸਦੇ ਹੁੰਦੇ ਆ ਕਿ ਸਭ ਤੋਂ ਪਹਿਲੀ ਬੋਲੀ ਲੱਗੀ ਤੇ ਇਹਨਾਂ ਚੀਜ਼ਾਂ ਦੀ। ਤੇ ਉਹ ਕਹਿਣ ਦਾ ਮਤਲਬ ਇਹ ਹੈਗਾ ਕਿ ਇਹਨਾਂ ਚੀਜ਼ਾਂ ਨੂੰ ਸਰਕਾਰਾਂ ਨੇ ਖਰਾਬ ਕੀਤਾ, ਸਰਕਾਰਾਂ ਦੀਆਂ ਗਲਤ ਨੀਤਾਂ ਨੇ ਖਰਾਬ ਕੀਤਾ। ਸਰਕਾਰਾਂ ਨੂੰ ਟੈਕਸ ਨਾਲ ਪਿਆਰ ਆ, ਲੋਕਾਂ ਨਾਲ ਕੋਈ ਪਿਆਰ ਨਹੀਂ। ਸਰ ਕੀ ਲੱਗਦਾ ਕਿ ਅਫੀਮ ਦੀ ਖੇਤੀ ਚਾਹੇ ਸ਼ੁਰੂ ਹੋਵੇ ਜਾਂ ਨਾ ਹੋਵੇ, ਇਹ ਚਿੱਟਾ ਰੋਕਣ ਲਈ ਨੌਜਵਾਨਾਂ ਨੂੰ, ਆਮ ਲੋਕਾਂ ਨੂੰ ਜਾਗਰੂਕ ਹੋਣਾ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਨਹੀਂ? ਨਹੀਂ, ਅਫੀਮ ਦੀ ਖੇਤੀ ਵੀ ਇੱਕ ਗਲਤ ਸ਼ਬਦ ਹੈ। ਮੈਂ ਅਫੀਮ ਦੀ ਖੇਤੀ ਦੀ ਵਕਾਲਤ ਨਹੀਂ ਕਰ ਰਿਹਾ। ਮੈਂ ਕਹਿ ਰਿਹਾ ਅਫੀਮ ਨੂੰ ਓਪਨ ਕਰ ਦਿਓ। ਜੇ ਜਿਹਨੇ ਕਰਨੀ ਹੈ ਖੇਤੀ ਕਰੇ, ਜਿਹਨੇ ਨਹੀਂ ਕਰਨੀ ਨਾ ਕਰੇ। ਤੁਸੀਂ ਕੌਣ ਹੁੰਦੇ ਹੋ? ਸਰਕਾਰ ਕੌਣ ਹੁੰਦੀ ਆ? ਪਹਿਲੀ ਗੱਲ ਦੇਖੋ, ਸਾਨੂੰ ਲੱਗਦਾ ਸਰਕਾਰ ਹੁੰਦੀ ਕੀ ਚੀਜ਼ ਆ? ਸਰਕਾਰ ਇੱਕ ਮਿੱਥਿਆ ਚੀਜ਼ ਹੁੰਦੀ ਆ। ਸਾਡੇ ਮੁਲਕ 'ਚ 13 ਦਿਨਾਂ ਦੀਆਂ ਸਰਕਾਰਾਂ ਗਿਰੀਆਂ ਨੇ। ਫਿਰ ਕਹਿੰਦੇ ਜੀ ਫਲਾਣੇ ਕਾਨੂੰਨ ਦੇ ਤਹਿਤ ਇਹ ਚੀਜ਼ਾਂ ਰੈਗੂਲੇਟ ਹੋ ਰਹੀਆਂ। ਕਾਨੂੰਨ ਕੀ ਆ ਯਾਰ? 3 ਕਿਸਾਨ ਕਾਨੂੰਨ ਬਣੇ ਸੀ ਨਾ, ਵਾਪਸ ਹੋਏ। ਕਾਨੂੰਨ ਵੀ ਮਿੱਥਿਆ ਚੀਜ਼ ਨੇ, ਅੱਜ ਬਣਦੇ ਨੇ ਕੱਲ੍ਹ ਵਾਪਸ ਹੋ ਜਾਂਦੇ ਨੇ। ਹੁਣ ਇੱਕ ਗਊ ਹਤਿਆਰਾ ਕਾਨੂੰਨ ਚੱਲ ਰਿਹਾ ਹਿੰਦੁਸਤਾਨ ਦੇ ਵਿੱਚ, ਉਹ ਜਿਹੜਾ ਜਿਹਨੂੰ ਨਿਊ ਡਰੱਗ ਐਂਡ ਕਲੀਨਿਕਲ ਟ੍ਰਾਇਲ ਰੂਲ ਬੋਲਦੇ ਆ। ਇਹਨੇ ਕਰੀਬ WHO ਦੇ ਮੁਤਾਬਕ ਹਿੰਦੁਸਤਾਨ 'ਚ 50 ਲੱਖ ਬੰਦੇ ਮਾਰ ਦਿੱਤੇ ਨੇ। ਇਸੇ ਕਾਨੂੰਨ ਨੇ ਕਰੀਬ 10 ਲੱਖ ਗਊਆਂ ਮਾਰ ਦਿੱਤੀਆਂ ਨੇ। ਇਹ ਗਊ ਹਤਿਆਰਾ ਕਾਨੂੰਨ ਵੀ ਇੱਕ ਦਿਨ ਵਾਪਸ ਹੋਣਾ ਨਾ। ਕਾਨੂੰਨ ਤਾਂ ਬਣਦੇ ਨੇ ਜਾਂਦੇ ਨੇ, ਸਰਕਾਰਾਂ ਬਣਦੀਆਂ ਨੇ ਜਾਂਦੀਆਂ ਨੇ। ਇਸ ਕਰਕੇ ਸਰਕਾਰ ਕੀ ਹੁੰਦੀ ਆ? ਤੂੰ ਕੌਣ ਮੈਂ ਖਾਮ ਖਾ। ਇਹ ਲੋਕਾਂ ਨੂੰ ਰੈਗੂਲੇਟ ਕਰਨ ਵਾਸਤੇ ਬਿਗ ਬ੍ਰਦਰ ਐਕਟ ਜਿਹਨੂੰ ਬੋਲਦੇ ਆ, ਜਿਹਨੂੰ ਸਟਾਲਨਵਾਦੀ ਪਾਲਿਸੀ ਬੋਲਦੇ ਆ, ਉਹ ਜਦੋਂ ਲੈ ਕੇ ਆਉਂਦੀਆਂ ਨੇ ਸਰਕਾਰਾਂ ਕਿ ਮੈਂ ਲੋਕਾਂ ਨੂੰ ਇਹੋ ਜਿਹੇ ਕੱਪੜੇ ਨਹੀਂ ਪਾਉਣ ਦੇਣੇ, ਮੈਂ ਲੋਕਾਂ ਨੂੰ ਇਹੋ ਜਿਹੇ ਰੰਗ ਦੀ, ਹੁਣ ਦੇਖਿਆ ਕਿ ਫਿਲਮ ਦੇ ਉੱਤੇ ਬੈਨ ਹੋ ਰਿਹਾ, ਇਸ ਰੰਗ ਦੀ ਬਿਕਨੀ ਪਾਈ ਆ ਹੀਰੋਇਨ ਨੇ, ਕਿਸੇ ਹੋਰ ਰੰਗ ਦੀ ਪਾਈ ਹੁੰਦੀ ਫਿਰ ਬਿਕਨੀ ਠੀਕ ਸੀ। ਉਹ ਕਹਿਣ ਦਾ ਮਤਲਬ ਹੈ ਕਿ ਸਰਕਾਰਾਂ ਕੌਣ ਹੁੰਦੀਆਂ ਨੇ ਲੋਕਾਂ ਨੂੰ ਰੈਗੂਲੇਟ ਕਰਨ ਵਾਲਾ? ਜਿੰਨੇ ਅਫੀਮ ਬੀਜਣੀਆਂ ਬੀਜੇ, ਜਿੰਨੇ ਖਾਣੀਆਂ ਖਾਏ। ਸਰਕਾਰ ਮਾਮਾ ਲੱਗਦੀ ਹੈ। ਸਰਕਾਰ ਕੀ ਹੁੰਦੀ ਹੈ ਇਸ ਗੱਲ ਦੇ? ਉਹ ਇਸ ਕਰਕੇ ਸਰਕਾਰਾਂ ਦਖਲਅੰਦਾਜ਼ੀ ਬੰਦ ਕਰਨ। ਅਫੀਮ ਦੀ ਖੇਤੀ ਸ਼ਬਦ ਵੀ ਗਲਤ ਹੈ। ਓਪਨ ਕਰ ਦਿਓ ਅਫੀਮ। ਜਿੰਨੇ ਖਾਣੀਆਂ ਖਾਏ, ਜਿੰਨੇ ਬੀਜਣੀਆਂ ਬੀਜੇ। ਸਿੱਧਾ ਜਿਹਾ ਸਵਾਲ। ਓਕੇ, ਸ਼ੁਕਰੀਆ ਸਰ। ਸੋ ਇਹ ਸਨ ਸਾਡੇ ਨਾਲ BS ਔਲਖ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜਿਸ ਤਰ੍ਹਾਂ ਆਮ ਲੋਕਾਂ ਦੇ ਵਿੱਚ ਕਿਹਾ ਜਾਂਦਾ ਕਿ ਅਫੀਮ ਇੱਕ ਨਸ਼ਾ ਹੈ, ਕਹਿੰਦੇ ਅਫੀਮ ਨਸ਼ਾ ਨਹੀਂ। ਕਈ ਦਵਾਈਆਂ ਦੇ ਵਿੱਚ ਵੀ ਅਫੀਮ ਜਿਹੜੀ ਆ ਉਹ ਯੂਜ਼ ਹੁੰਦੀ ਹੈ। ਫੌਜ ਦੇ ਵਿੱਚ ਵੀ ਜਦੋਂ ਦਰਦ ਨਿਵਾਰਨ ਦੇ ਲਈ ਇਸ ਦਾ ਜਿਹੜਾ ਯੂਜ਼ ਕੀਤਾ ਜਾਂਦਾ। ਉਸ ਤੋਂ ਇਲਾਵਾ ਸਭ ਤੋਂ ਵੱਧ ਪੰਜਾਬ ਦੇ ਨੌਜਵਾਨਾਂ ਨੂੰ ਤੇ ਆਮ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ, ਔਰ ਸਰਕਾਰਾਂ ਦੀ ਮਦਦ ਤੋਂ ਬਿਨਾਂ ਇਹ ਨਾਮੁਮਕਿਨ ਹੈ। ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਅਮਨ ਸਿੰਘ, ਲੁਧਿਆਣਾ ਟਾਈਮਸ।